ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ। ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ। ਸ਼ਬਦ ਦੇਹ 부ਝਾਈ ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ। ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ। ਸ਼ਬਦ ਦੇਹ 부ਝਾਈ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ। ਸਤਿਗੁਰ ਦਾਤਾ ਮੇਲ ਮਿਲਾਵੋ। ਹਰ ਨਾਮ ਦੇਵੋ ਆਧਾਰੇ। ਰਹਾਉ ਮਨਸਾ ਮਾਰ ਦੁਬਿਧਾ ਸਹਿਜ ਸਮਾਣੀ। ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ। ਕਿਲ ਬਿਖ ਕਾਟਣ ਹਾਰਾ ਸ਼ਬਦ ਮਰਹੁ ਫਿਰ ਜੀਵੋ ਸਦ ਹੀ। ਤਾਂ ਫਿਰ ਮਰਨ ਨਾ ਹੋਈ। ਅੰਮ੍ਰਿਤ ਨਾਮ ਸਦਾ ਮਨ ਮੀਠਾ। ਸ਼ਬਦ ਪਾਵੈ ਕੋਈ। ਦਾਤੈ ਦਾਤ ਰੱਖੀ ਹੱਥ ਆਪਣਾ। ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ। ਦਰਗਹ ਜਾਪਹਿ ਸੇਈ। ਦਾਤੈ ਦਾਤ ਰੱਖੀ ਹੱਥ ਆਪਣਾ। ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ। ਦਰਗਹ ਜਾਪਹਿ ਸੇਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆ ਦੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਗੁਰਤਾ ਗੱਦੀ ਤੇ ਬਿਰਾਜਮਾਨ ਗੁਰੂ ਜੋਤ ਅਕਾਲ ਮੂਰਤ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ
ਆਪ ਜੀ ਦੇ ਚਰਨਾਂ ਵਿੱਚ ਜੁੜ ਬੈਠੇ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿੱਚ ਅੱਜ ਦਾ ਜੋ ਸ੍ਰੀ ਮੁਖ ਵਾਕ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਸਰਵਣ ਕਰਨ ਵਾਸਤੇ ਪਹੁੰਚੇ ਹੋ। ਸਮੇਂ ਨੂੰ ਸਫਲ ਕਰਨ ਵਾਸਤੇ ਮਨੋਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਸ਼ਬਦ ਵਿੱਚ ਜੋੜੀਏ। ਅੱਜ ਦਾ ਸ੍ਰੀ ਮੁਖ ਵਾਕ ਸੋਲਠ ਰਾਗਣੀ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤੇ ਹੋਏ ਬਚਨ ਹਨ। ਹਜ਼ੂਰ ਦੇ 603 ਔਰ 4 ਅੰਗ ਉੱਪਰ ਇਹ ਪਾਵਨ ਉਪਦੇਸ਼ ਸਥਿਤ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਆਪ ਗੁਰੂ ਅਮਰਦਾਸ ਜੀ ਨੇ ਜੋ 12 ਸਾਲ ਤੱਕ ਆਪਣੇ ਗੁਰਦੇਵ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਸੇਵਾ ਕੀਤੀ ਹੈ, ਉਸ ਸੇਵਾ ਦੇ ਵਿੱਚੋਂ ਜਿਹੜੇ ਤਜਰਬੇ ਹੋਏ ਜਾਂ ਉਹਦੇ ਤੋਂ ਪਹਿਲਾਂ ਜਿਹੜਾ ਜੀਵਨ ਗੁਰੂ ਤੋਂ ਬਿਨਾਂ ਬੀਤਿਆ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਉਹ ਇੱਥੇ ਉਚਾਰਨ ਕੀਤਾ ਹੈ। ਸਤਿਗੁਰੂ ਜੀ ਦੇ ਕਹਿਣ ਦੇ ਮੁਤਾਬਕ ਮਨੁੱਖਾ ਜੀਵਨ ਦੀ ਸਫਲਤਾ ਗੁਰੂ ਤੋਂ ਬਿਨਾਂ ਨਹੀਂ ਹੋ ਸਕਦੀ। ਜਿੰਨਾ ਚਿਰ ਗੁਰੂ ਦੀ ਸੇਵਾ ਵਿੱਚ ਨਹੀਂ ਲੱਗਦਾ, ਭਾਵੇਂ ਕਿੰਨੇ ਉਪਰਾਲੇ ਕਰ ਲੈ, ਭਾਵੇਂ ਕਿੰਨੇ ਸੁੱਖ ਦੇ ਉਪਰਾਲੇ ਕਰ ਲੈ, ਗੁਰੂ ਦੀ ਕਿਰਪਾ ਤੋਂ ਬਿਨਾਂ ਹਰ ਇੱਕ ਸੁੱਖ ਅਖੀਰ ਨੂੰ ਦੁੱਖ ਵਿੱਚ ਬਦਲ ਜਾਂਦਾ ਹੈ। ਕਿਉਂਕਿ ਦੁਨੀਆ ਵਿੱਚ ਜਿਹੜੇ ਸੁੱਖ ਦਿਸਦੇ ਹਨ ਉਹ ਸਾਡੀ ਦ੍ਰਿਸ਼ਟੀ ਦੇ ਕਰਕੇ, ਅਗਿਆਨ ਦੀ ਦ੍ਰਿਸ਼ਟੀ ਕਰਕੇ ਸੁੱਖ ਭਾਸਦੇ ਹਨ, ਤੇ ਜਦੋਂ ਸਾਨੂੰ ਪ੍ਰਾਪਤ ਹੋ ਜਾਂਦੇ ਹਨ, ਪ੍ਰਾਪਤ ਹੋਣ ਤੋਂ ਪਹਿਲਾਂ ਉਹ ਸੁੱਖ ਸਰੂਪ ਲੱਗਦੇ ਹਨ। ਪਰ ਜਦੋਂ ਉਹਨਾਂ ਦੀ ਅਸੀਂ ਪ੍ਰਾਪਤੀ ਕਰ ਲੈਂਦੇ ਹਾਂ ਤੇ ਉਹੀ ਵਸਤੂਆਂ ਜਿਹੜੀਆਂ ਸਾਡੇ ਵਾਸਤੇ ਦੁੱਖ ਬਣ ਜਾਂਦੀਆਂ ਹਨ। ਇਸ ਕਰਕੇ ਮਹਾਰਾਜ ਨੇ ਦੁੱਖ ਤੋਂ ਬਚਣ ਵਾਸਤੇ ਇਸ ਸ਼ਬਦ ਦੇ ਵਿੱਚ ਗੁਰੂ ਕਿਵੇਂ ਕਿਰਪਾ ਕਰਦੇ ਆ ਸਿੱਖ ਦੇ ਉੱਤੇ, ਔਰ ਇਸ ਸ਼ਬਦ ਦੇ ਵਿੱਚ ਵਾਰ-ਵਾਰ ਗੁਰੂ ਸਾਹਿਬ ਨੂੰ ਦਾਤਾ ਸ਼ਬਦ ਦੇ ਨਾਲ ਗੁਰੂ ਸਾਹਿਬ ਨੇ ਪੁਕਾਰਿਆ ਹੈ। ਦਾਤੇ ਦਾ ਮਤਲਬ ਹੈ ਦੇਣ ਵਾਲਾ। ਦੁਨੀਆ ਦੀਆਂ ਹੋਰ ਚੀਜ਼ਾਂ ਵੈਸੇ ਤਾਂ ਉਹ ਵੀ ਦੇਣ ਵਾਲਾ ਦਾਤਾ ਇੱਕੋ ਅਕਾਲ ਪੁਰਖ ਹੀ ਹੈ, ਪਰ ਨਾਮ ਦੀ ਦਾਤ ਜਿਹੜੀ ਹੈ, ਨਾਮ ਦਾ ਕਿਣਕਾ ਜਿਹੜਾ ਹੈ, ਰੱਬੀ ਰਹਿਮਤ ਜਿਹੜੀ ਹੈ, ਉਹ ਗੁਰੂ ਤੋਂ ਹਜ਼ੂਰ ਫਰਮਾਨ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਸੋਰਠ ਰਾਗਣੀ ਹੈ, ਇਹਦੇ ਵਿੱਚ ਭਾਵੇਂ ਆਪਾਂ ਰਾਗ ਵੀ ਕਹਿ ਸਕਦੇ ਹਾਂ। ਇਸ ਵਿੱਚ ਸੱਚੇ ਪਾਤਸ਼ਾਹ ਤੀਜੇ ਮਹਿਲ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਜੋਤ, ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਵਿੱਚ ਉਹ ਜੋ ਅਗੰਮੀ ਜੋਤ ਹੈ, ਗੁਰੂ ਨਾਨਕ ਸਾਹਿਬ ਜੀ ਦੇ ਰੂਪ ਦੇ ਵਿੱਚ ਵਿਚਰੀ ਹੈ, ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਵਿਚਰੀ ਹੈ। ਉਸ ਅਗੰਮੀ ਜੋਤ ਦੁਆਰਾ ਤੀਜੇ ਮਹਿਲ ਵਿੱਚ, ਤੀਜੇ ਸਰੀਰ ਦੇ ਵਿੱਚ ਇਹ ਫਰਮਾਨ ਹੈ। ਬਿਨ ਸਤਿਗੁਰ ਸੇਵੇ ਬਹੁਤਾ ਦੁਖ ਲਾਗਾ, ਜੁਗ ਚਾਰੇ ਪਰਮਾਈ। ਸਤਿਗੁਰੂ ਜੀ ਦੀ ਸੇਵਾ ਕਰਨ ਤੋਂ ਬਿਨਾਂ ਬਹੁਤਾ ਦੁੱਖ ਲੱਗਾ ਹੈ। ਬਹੁਤਾ ਸ਼ਬਦ ਵਰਤਿਆ ਇੱਥੇ ਮਹਾਰਾਜ ਨੇ, ਛੋਟਾ ਮੋਟਾ ਨਹੀਂ, ਬਹੁਤਾ ਦੁੱਖ। ਇੰਨਾ ਦੁੱਖ ਜਿਹੜਾ ਬਿਆਨ ਹੀ ਨਾ ਕੀਤਾ ਜਾ ਸਕੇ। ਉਹ ਦੁੱਖ ਜਿਹਦਾ ਇਲਾਜ ਹੀ ਕੋਈ ਨਾ ਹੋਵੇ, ਉਹ ਦੁੱਖ ਜਿਹਦਾ ਦਾਰੂ ਹੀ ਕੋਈ ਨਾ ਹੋਵੇ,
ਗੁਰੂ ਤੋਂ ਬਿਨਾ ਉਹ ਦੁੱਖ ਲੱਗਦਾ ਹੈ। ਅਸੀਂ ਕਈ ਵਾਰੀ ਸੋਚਦੇ ਹਾਂ ਵੀ ਆਪਾਂ ਤੇ ਗੁਰੂ ਵਾਲੇ ਹਾਂ, ਤੇ ਗੁਰੂ ਵਾਲੇ ਬਣ ਕੇ ਪਾਠ ਵੀ ਕਰਦੇ ਹਾਂ, ਤੇ ਦੁੱਖ ਤਾਂ ਫਿਰ ਵੀ ਹੈ। ਇੱਕ ਤਾਂ ਪਹਿਲੀ ਗੱਲ ਇਹ ਸਮਝਣੀ ਪਏਗੀ ਕਿ ਦੁੱਖ ਨੂੰ ਵੇਖਣ ਦੀ ਜਿਹੜੀ ਕਲਾ ਹੈ ਉਹ ਗੁਰੂ ਤੋਂ ਸਿੱਖਣੀ ਪਏਗੀ। ਦੁੱਖ ਸਾਡੇ ਵਾਸਤੇ ਹੈ ਕੀ ਹੈ? ਸਾਡੇ ਵਾਸਤੇ ਜਿਹੜੀ ਚੀਜ਼ ਸਾਨੂੰ, ਜਿਹੜੀ ਗੱਲ ਸਾਨੂੰ ਭਾਉਂਦੀ ਨਹੀਂ, ਅਸੀਂ ਉਹਨੂੰ ਦੁੱਖ ਕਹਿੰਦੇ ਹਾਂ। ਜੋ ਸਾਨੂੰ ਚੰਗਾ ਲੱਗਦਾ ਉਹਨੂੰ ਅਸੀਂ ਸੁੱਖ ਕਹਿੰਦੇ ਹਾਂ। ਹੁਣ ਇਹ ਸਾਡੀ ਆਪਣੀ ਮਰਜ਼ੀ ਹੈ ਵੀ ਆਪਾਂ ਦੁੱਖ ਨੂੰ ਸੁੱਖ ਵਿੱਚ ਕਿਵੇਂ ਬਦਲਣਾ ਹੈ। ਦੁੱਖ ਕੀ ਹੈ? ਜੋ ਵਰਤਾਰੇ ਵਰਤ ਰਹੇ ਨੇ ਜੀਵਨ ਦੇ ਅੰਦਰ, ਜੋ ਕੁਝ ਸਾਡੇ ਜੀਵਨ ਵਿੱਚ ਵਰਤ ਰਿਹਾ ਹੈ, ਅਸੀਂ ਅੱਖ ਖੋਲ ਕੇ ਉਸ ਜੀਵਨ ਨੂੰ ਵਰਦਾਨ ਸਮਝੀਏ, ਬਖਸ਼ਿਸ਼ ਸਮਝੀਏ ਵੀ ਇਹ ਤੇਰੀ ਦਾਤ ਹੈ। ਮਿਲਣਾ ਤੇ ਉਹ ਹੀ ਹੈ ਜਿਹੜਾ ਮਨੁੱਖ ਦੇ ਕਰਮਾਂ ਵਿੱਚ ਹੈ, ਤੇ ਜਾਂ ਫਿਰ ਗੁਰੂ ਕਲਮ ਫੇਰਦਾ। ਮਿਲਣਾ ਤਾਂ ਉਹ ਹੀ ਹੈ। ਰੋ ਕੇ ਸਹਾਰ ਲਈਏ ਭਾਵੇਂ ਹੱਸ ਕੇ ਸਹਾਰ ਲਈਏ। ਹਾਂ, ਇੱਕ ਗੱਲ ਪੱਕੀ ਹੈ, ਆਏ ਹੋਏ ਜੀਵਨ ਦੇ ਵਿੱਚ ਦੁੱਖ ਨੂੰ ਜੇ ਮਨੁੱਖ ਪਰਮਾਤਮਾ ਦੀ ਦਾਤ ਸਮਝ ਕੇ ਪ੍ਰਵਾਨ ਕਰ ਲੈਂਦਾ ਤੇ ਉਸ ਵੇਲੇ ਅੱਧਾ ਦੁੱਖ ਉਸੇ ਸਮੇਂ ਹੀ ਖਤਮ ਹੋ ਜਾਂਦਾ ਹੈ। ਜਪਜੀ ਸਾਹਿਬ ਦੇ ਅੰਦਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਆਪ ਜੀ ਪੜ੍ਹਦੇ ਹੋ। ਮਹਾਰਾਜ ਫਰਮਾਨ ਕਰਦੇ ਹਨ, ਕੇਤਿਆਂ ਦੁੱਖ ਭੂਖ ਸਦ ਮਾਰ। ਇੱਕ ਇੱਕ ਲਫ਼ਜ਼ ਸਮਝਣ ਵਾਲਾ ਹੈ। ਮਹਾਰਾਜ ਕਹਿੰਦੇ ਤੇਰੀ ਸ੍ਰਿਸ਼ਟੀ ਦੇ ਵਿੱਚ ਕਈ ਲੋਕਾਂ ਨੂੰ ਦੁੱਖ ਤੇ ਭੁੱਖ, ਦੋ ਚੀਜ਼ਾਂ, ਕਿਉਂਕਿ ਭੁੱਖ ਵੀ ਇੱਕ ਦੁੱਖ ਹੈ। ਇਹ ਸਿਰਫ ਉਹਨਾਂ ਨੂੰ ਨਹੀਂ ਪਤਾ ਜਿਨ੍ਹਾਂ ਨੂੰ ਭੁੱਖ ਹੈ ਨਹੀਂ। ਜਿਨ੍ਹਾਂ ਦੇ ਕੋਲ ਗੁਜ਼ਾਰੇ ਮਾਫਕ ਪਦਾਰਥ ਹੈ, ਉਹਨਾਂ ਨੂੰ ਨਹੀਂ ਪਤਾ ਵੀ ਭੁੱਖ ਵੀ ਇੱਕ ਦੁੱਖ ਹੁੰਦਾ ਹੈ। ਜਾਂ ਇੱਥੇ ਭੁੱਖ ਦੇ ਅਰਥ ਹੋਣਗੇ ਤ੍ਰਿਸ਼ਨਾ, ਬਈ ਕੋਲ ਹੈ ਵੀ ਇਹ ਤੇ ਅਜੇ ਹੋਰ ਪਾਉਣ ਦੀ ਇੱਛਾ ਉਸੇ ਤਰ੍ਹਾਂ ਭਾਂਬੜ ਬਲ ਰਹੇ ਨੇ ਅੰਦਰ। ਇਹ ਵੀ ਇੱਕ ਉਦੋਂ ਵੀ ਭਾਰਾ ਦੁੱਖ ਹੈ। ਮਹਾਰਾਜ ਕਹਿੰਦੇ ਤੇਰੀ ਸ੍ਰਿਸ਼ਟੀ ਦੇ ਵਿੱਚ ਕਿੰਨੇ ਲੋਕਾਂ ਨੂੰ ਦੁੱਖ ਤੇ ਭੁੱਖ ਦੀ ਮਾਰ ਪੈਂਦੀ ਰਹਿੰਦੀ ਹੈ, ਤੇ ਉਹ ਮਾਰ ਇੱਕ ਦਿਨ ਵਾਸਤੇ ਨਹੀਂ, ਮਹੀਨੇ ਵਾਸਤੇ ਨਹੀਂ, ਸਾਲ ਵਾਸਤੇ ਨਹੀਂ। ਜਿਉਂ ਜੰਮਦੇ ਨੇ ਤੇ ਮਰਨ ਤੋਂ ਬਾਅਦ ਤੇ ਪਤਾ ਨਹੀਂ ਕਿਵੇਂ ਦਾ ਜੀਵਨ ਅੱਗੇ ਚੱਲੇਗਾ, ਪਰ ਉਹਨਾਂ ਦਾ ਇੱਕ ਵੀ ਸਾਹ ਸੁੱਖ ਵਿੱਚ ਨਹੀਂ ਲੰਘਦਾ। ਸਾਰੀ ਜ਼ਿੰਦਗੀ ਦੁੱਖ ਵਿੱਚ ਲੰਘਦੀ ਹੈ। ਸਦਾ ਹੀ ਉਹਨਾਂ ਨੂੰ ਦੁੱਖ ਵਿਆਪਦਾ ਰਹਿੰਦਾ ਹੈ। ਇੱਥੇ ਸ਼ਬਦ ਵਰਤਿਆ ਸਦ ਮਾਰ। ਸਦ ਮੈਨੇ ਸਦਾ ਹੀ ਦੁੱਖ ਬਣਿਆ ਰਹਿੰਦਾ। ਕੇਤਿਆਂ ਦੁੱਖ ਭੂਖ ਸਦ ਮਾਰ। ਮਹਾਰਾਜ ਫਿਰ ਇਹਦਾ ਕੋਈ ਇਲਾਜ ਵੀ ਹੈ? ਕਹਿਣ ਲੱਗੇ ਇਹਦਾ ਪਹਿਲਾ ਇਲਾਜ ਇਹ ਹੈ ਕਿ ਜੇ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰ ਕੇ, ਗੁਰੂ ਕੀ ਮੱਤ ਲੈ ਕੇ, ਗੁਰੂ ਕੀ ਬਖਸ਼ਿਸ਼ ਲੈ ਕੇ ਇਸ ਮਿਲੇ ਹੋਏ ਦੁੱਖ ਨੂੰ ਪਰਮਾਤਮਾ ਦੇ ਅੱਗੇ ਅਰਦਾਸ ਕਰੇ, ਅੰਦਰੋਂ ਮੰਨ ਜਾਏ ਕਿ ਹੇ ਦਾਤਾ, ਇਹ ਭੇਦ ਦਾਤ ਤੇਰੀ ਦਾਤਾਰ, ਇਹ ਦੁੱਖ ਵੀ ਤੇਰੀ ਹੀ ਦਿੱਤੀ ਹੋਈ ਦਾਤ, ਤੇ ਮੈਨੂੰ ਖੁਸ਼ੀ ਨਾਲ ਪ੍ਰਵਾਨ ਕਰਨਾ। ਹੁਣ ਇਹ ਸਿਰਫ ਮੈਂ ਕਹਿ ਰਿਹਾ, ਇਹਨੂੰ ਪ੍ਰੈਕਟੀਕਲ ਕਰਨ ਵਾਸਤੇ, ਇਹਨੂੰ ਯਥਾਰਥ ਵਿੱਚ ਲਿਆਉਣ ਵਾਸਤੇ ਬੜੇ ਵੱਡੀ ਮੁਸ਼ੱਕਤ ਤੇ ਮਿਹਨਤ ਦੀ ਲੋੜ ਪੈਂਦੀ ਹੈ। ਕਹਿਣ ਨੂੰ ਆਪਾਂ ਸਾਰੇ ਕਹਿ ਦਿੰਦੇ ਹਾਂ, ਜਦੋਂ ਠੀਕ ਠਾਕ ਹੁੰਦੇ ਆ ਉਦੋਂ ਕਹਿੰਦੇ ਜੀ ਦੁੱਖ ਸੁੱਖ ਇੱਕੋ ਹੀ ਹੈ। ਜਦੋਂ ਵਰਤਦਾ ਉਦੋਂ ਉਸ ਟਾਈਮ ਦੇ ਉੱਤੇ ਉਸ ਸਮੇਂ ਪਤਾ ਲੱਗਦਾ। ਇਸ ਕਰਕੇ ਮਹਾਰਾਜ ਕਹਿੰਦੇ ਪਹਿਲੀ ਗੱਲ ਪ੍ਰਵਾਨ। ਬਾਣੀ ਵਿੱਚ ਆਇਆ ਪੰਜ ਪ੍ਰਵਾਨ। ਕੌਣ ਪ੍ਰਵਾਨ ਹੁੰਦੇ ਨੇ ਉਹਦੇ ਦਰ ਤੇ? ਜਿਨ੍ਹਾਂ ਨੇ ਜੀਵਨ ਨੂੰ ਪ੍ਰਵਾਨ ਕਰ ਲਿਆ, ਜੋ ਕੁਝ ਜੀਵਨ ਦੇ ਵਿੱਚ ਹੈ ਉਹਦੇ ਵਿੱਚ ਸੰਤੁਸ਼ਟ ਹੋ ਗਏ ਨੇ, ਸੰਤੋਖੀ ਹੋ ਗਏ ਨੇ, ਉਹਦੇ ਉੱਤੇ ਮਨ ਟਿਕ ਗਿਆ, ਪਰਮਾਤਮਾ ਨੂੰ ਕਦੀ ਉਲਾਮਾ ਨਹੀਂ ਦਿੰਦੇ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਿਆ, ਸੱਚੇ ਪਾਤਸ਼ਾਹ ਆਪ ਜੀ ਸਦਾ ਖਿੜੇ ਰਹਿੰਦੇ ਹੋ, ਆਪ ਜੀ ਸਦਾ ਆਨੰਦ ਵਿੱਚ ਰਹਿੰਦੇ ਹੋ, ਇਹਦਾ ਕੋਈ ਰਾਜ ਦੱਸੋ, ਇਹਦਾ ਕੋਈ ਭੇਦ ਦੱਸੋ, ਕੀ ਹੈ? ਤਾਂ ਮਹਾਰਾਜ ਨੇ ਜਵਾਬ ਦੇ ਵਿੱਚ ਕਿਹਾ, ਕਹਿੰਦੇ ਉਲਾਹਣੋ ਮੈਂ ਕਾਹੂ ਨਾ ਦਿਓ। ਉਲਾਹਣੋ ਦਾ ਮਤਲਬ ਉਲਾਮਾ।
ਕਹਿੰਦੇ ਮੈਂ ਤਾਂ ਸੁਖੀ ਹਾਂ, ਤਾਂ ਆਨੰਦਿਤ ਹਾਂ ਵੀ ਮੈਂ ਰੱਬ ਨੂੰ ਕਦੀ ਲਾਮਾ ਨਹੀਂ ਦਿੱਤਾ ਵੀ ਤੂੰ ਮੈਨੂੰ ਆਹ ਦਿੱਤਾ ਤੇ ਆਹ ਨਹੀਂ ਦਿੱਤਾ, ਤੂੰ ਮੈਨੂੰ ਆਹ ਦਿੱਤਾ ਤੇ ਆਹ ਨਹੀਂ ਦਿੱਤਾ, ਮੈਨੂੰ ਇੰਨਾ ਕੁਝ ਚਾਹੀਦਾ ਸੀ, ਇੰਨਾ ਕੁਝ ਚਾਹੀਦਾ ਸੀ। ਇਸ ਅਸੀਂ ਵੀ ਕਰ ਸਕਦੇ ਹਾਂ, ਸਾਡੇ ਜੀਵਨ ਦੇ ਵਿੱਚ ਇਸ ਤਰ੍ਹਾਂ ਗੁਰੂ ਦੀ ਕਿਰਪਾ ਨਾਲ ਹੋ ਸਕਦਾ। ਉਹ ਕਹਿੰਦੇ ਉਲਾਹਣੋਂ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਜੋ ਕੋਈ ਤੁਸੀਂ ਕਰ ਰਹੇ ਹੋ ਉਹਨੂੰ ਮਿੱਠਾ ਕਰਕੇ ਮੰਨ ਲਿਆ, ਪ੍ਰਵਾਨ ਕਰ ਲਿਆ। ਆਪ ਜੀ ਸਾਰੇ ਬਾਣੀ ਪੜ੍ਹਨ ਵਾਲੇ ਹੋ, ਮਨ ਵਿੱਚ ਇੱਛਾ ਹੈ ਤਾਂ ਹੀ ਗੁਰੂ ਦਰਬਾਰ ਵਿੱਚ ਆ ਕੇ ਵਿਚਾਰ ਲਈ ਬੈਠੇ ਹੋ। ਅੱਜ ਹੀ ਇਹਨੂੰ ਪ੍ਰੈਕਟੀਕਲ ਕਰਕੇ ਵੇਖ ਸ਼ੁਰੂ ਕਰ ਦਈਏ। ਪਹਿਲੇ ਦਿਨ ਤੇ ਨਹੀਂ ਹੋਏਗਾ। ਕੌਣ ਮੰਨਦਾ ਦੁੱਖ ਨੂੰ ਝੋਲੀ ਵਿੱਚ ਪਵਾ ਕੇ ਲੈ। ਮਹਾਰਾਜ ਦੇ ਦਰ ਤੇ ਆਇਆ ਤੇ ਹਰ ਇੱਕ ਬੰਦਾ ਇਹ ਝੋਲੀ ਅੱਡ ਕੇ ਅਰਦਾਸ ਕਰਦਾ ਵੀ ਸੁੱਖ ਦੀ ਦਾਤ ਬਖਸ਼ੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ। ਪਰ ਮਹਾਰਾਜ ਦੀ ਵਿਚਾਰਧਾਰਾ ਨੂੰ ਸਮਝੀਏ। ਗੁਰੂ ਸਾਹਿਬ ਕਿਵੇਂ ਸਿੱਖ ਨੂੰ ਜਿਹੜਾ ਪਰਪੱਕ ਕਰਦੇ ਨੇ, ਕਿਉਂਕਿ ਲਗਾਤਾਰ ਸੁੱਖ ਵਿੱਚ ਰਹਿਣਾ ਵੀ ਇੱਕ ਦੁੱਖ ਬਣ ਜਾਂਦਾ ਹੈ। ਕੋਈ ਵੀ ਚੀਜ਼ ਹੈ ਨਾ ਲਗਾਤਾਰ। ਹੁਣ ਪਾਣੀ ਜੀਵਨ ਹੈ ਬੰਦੇ ਦਾ, ਪਾਣੀ ਨਾਲ ਜੀਵਨ ਮਿਲਦਾ। ਤੇ ਜੇ ਬੰਦਾ ਪਾਣੀ ਪੀ ਵੀ ਜਾਏ ਤੇ ਪਾਣੀ ਜ਼ਿਆਦਾ ਪਾਣੀ ਪੀਤਾ ਵੀ ਦੁੱਖ ਬਣ ਗਿਆ। ਇਸ ਕਰਕੇ ਦੁੱਖ ਇੱਕ ਵਿਰੋਧੀ ਅਵਸਥਾ ਹੈ ਜੀਵਨ ਨੂੰ ਚਲਾਉਣ ਵਾਸਤੇ। ਉਹ ਮਹਾਰਾਜ ਕਹਿੰਦੇ ਜੇ ਕੋਈ ਮਨੁੱਖ ਕਹੇ ਨਾ ਵੀ ਇਹ ਪੇ ਦਾਤ ਤੇਰੀ ਦਾਤਾਰ, ਹੇ ਦਾਤਾਰ ਸੱਚੇ ਪਾਤਸ਼ਾਹ ਵੀ ਤੇਰੀ ਦਾਤ ਹੈ, ਪਰ ਗੁਰੂ ਤੋਂ ਬਿਨਾਂ, ਗੁਰੂ ਦੀ ਸੇਵਾ ਕਰਨ ਤੋਂ ਬਿਨਾਂ, ਸਤਿਗੁਰੂ ਜੀ ਦੀ ਸੇਵਾ ਕਰਨ ਤੋਂ ਬਿਨਾਂ ਦੁੱਖ ਲੱਗੇਗਾ। ਤੇ ਦੁੱਖ ਕੱਲਾ ਦੁੱਖ ਨਹੀਂ ਲੱਗੇਗਾ, ਬਹੁਤਾ ਦੁੱਖ ਮਹਾਰਾਜ ਕਹਿੰਦੇ ਲੱਗੇਗਾ। ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲੱਗਾ, ਬਹੁਤ ਜ਼ਿਆਦਾ। ਤੇ ਸੇਵਾ ਦੇ ਅਰਥ ਇੱਕ ਨੇ ਸਰੀਰ ਦੇ ਨਾਲ ਹੱਥੀਂ ਸੇਵਾ ਕਰਨੀ, ਹੋਰ ਕਿਸੇ ਪ੍ਰਕਾਰ ਦੀ ਸੇਵਾ ਕਰਨੀ। ਤੇ ਸੇਵਾ ਸ਼ਬਦ ਸਾਧ ਸੰਗਤ ਜੀ ਧਿਆਨ ਦਿਆ ਜੇ ਸੇਵਨ ਤੋਂ ਬਣਿਆ, ਸੇਵਨ ਤੋਂ। ਸੇਵਨ ਦਾ ਮਤਲਬ ਹੈ ਪੀਣਾ। ਇੱਕ ਇਹ ਵੀ ਅਰਥ ਹੈ, ਪਰਿਆਇਵਾਚੀ ਅਰਥ ਹੁੰਦੇ ਨੇ ਸ਼ਬਦਾਂ ਦੇ। ਆਪਾਂ ਕਹਿੰਦੇ ਆ ਫਲਾਣਾ ਬੰਦਾ ਨਸ਼ੇ ਦਾ ਸੇਵਨ ਕਰਦਾ ਹੈ। ਸੇਵਨ ਦਾ ਮਤਲਬ ਕੀ ਹੈ? ਜੋ ਗੁਰੂ ਨੇ ਉਪਦੇਸ਼ ਦਿੱਤਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ, ਜੋ 239 ਸਾਲਾਂ ਵਿੱਚ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ, ਉਸ ਗੱਲ ਨੂੰ ਖੁਸ਼ੀ ਸਹਿਤ ਸੇਵਨ ਕਰ ਲੈਣਾ, ਯਾਨੀ ਕਿ ਪੀ ਲੈਣਾ, ਆਪਣੇ ਅੰਦਰ ਲੈ ਜਾਣਾ, ਫਿਰ ਦੁੱਖ ਕੱਟਿਆ ਜਾਏਗਾ, ਉਸ ਤੋਂ ਪਹਿਲਾਂ ਨਹੀਂ। ਮੈਂ ਇੱਕ ਗੁਰੂ ਨਾਨਕ ਸਾਹਿਬ ਦੇ ਘਰੋਂ ਬਖਸ਼ੇ ਹੋਏ ਮਹਾਂਪੁਰਸ਼ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਇਹ ਬਾਣੀ ਵਿੱਚ ਵਾਰ-ਵਾਰ ਲਿਖਿਆ ਹੈ ਕਿ ਗੁਰੂ ਦੀ ਸੇਵਾ ਵਿੱਚ ਸੁੱਖ ਹੈ ਤੇ ਬਾਣੀ ਪੜ੍ਹਨ ਦੇ ਵਿੱਚ ਆਨੰਦ ਹੈ। ਤੇ ਮੈਂ ਕਿਹਾ ਅਸੀਂ ਆ ਤੁਰੇ ਫਿਰਨੇ ਆ ਸਾਰੇ, ਮੇਰੇ ਬੈਠਿਆਂ 5-7 ਆਏ ਨੇ, ਸਾਰਿਆਂ ਨੇ ਦੁੱਖ ਹੀ ਦੱਸਿਆ ਆਪਣਾ। ਤੇ ਮੈਂ ਵੀ ਕੋਈ ਨਾ ਕੋਈ ਇਸ ਤਰ੍ਹਾਂ ਗੱਲ ਕਹਿਣੀ। ਗੱਲ ਕੀ ਹੈ? ਗੱਲ ਬੜਾ ਹੀ ਉਹਨਾਂ ਪਤੇ ਦੀ ਕਹੀ। ਕਹਿਣ ਲੱਗੇ ਬਾਣੀ ਪੜ੍ਹਦੇ ਹੈ ਆ ਪਰ ਗਲੇ ਤੋਂ ਥੱਲੇ ਨਹੀਂ ਜਾਣ ਦਿੰਦੇ। ਬਾਣੀ ਪੜ੍ਹਨੇ ਆ, ਗਲੇ ਤੋਂ ਥੱਲੇ ਨਹੀਂ ਜਾਣ ਦਿੰਦੇ। ਗਲੇ ਤੋਂ ਥੱਲੇ ਜਾਣ ਦਾ ਮਤਲਬ ਕੀ ਹੈ? ਗਲੇ ਤੋਂ ਥੱਲੇ ਜਾਣ ਦਾ ਮਤਲਬ ਹੈ ਕਿ ਜ਼ਿੰਦਗੀ ਦੇ ਵਿੱਚ ਉਹ ਕੰਮ ਨਹੀਂ ਕਰਦੇ ਜੋ ਅਸੀਂ ਪੜ੍ਹਨੇ ਆ। ਪੜ੍ਹਨਾ ਅਲੱਗ ਹੋ ਗਿਆ ਤੇ ਸਾਡੇ ਕੰਮ ਅਲੱਗ ਹੋ ਗਏ ਨੇ। ਅਮਲ ਨਹੀਂ ਜੀਵਨ ਦੇ ਵਿੱਚ, ਉਹਨੂੰ ਉੱਦਾਂ ਨਹੀਂ ਕਰਦੇ। ਜੇ ਉਸ ਤਰ੍ਹਾਂ ਕਰਾਂਗੇ ਤਾਂ ਦੁੱਖ ਦਾ ਕੋਈ ਕਾਰਨ ਹੈ ਹੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰਾ ਜੀਵਨ ਸੁੱਖ ਦੇ ਨਾਲ ਪਰਮਾਤਮਾ ਉਹਦੇ ਤੇ ਬਾਰਿਸ਼ ਕਰੇਗਾ। ਆਪ ਜੀ ਸੁਣਦੇ ਹੋ ਨਾ ਕਈ ਵਾਰੀ ਵੀ ਦੇਵਤਿਆਂ ਨੇ ਫੁੱਲ ਵਰਸਾਏ, ਫਲਾਣੇ ਦਾ ਜਨਮ ਹੋਇਆ, ਦੇਵਤਿਆਂ ਨੇ ਫੁੱਲ ਵਰਤਾਏ। ਕਿਉਂ ਦੇਵਤਿਆਂ ਨੇ ਕਿਉਂ ਫੁੱਲ ਵਰਤਾਏ? ਕਿਉਂਕਿ ਦੇਵਤਿਆਂ ਦੇ ਵੀ ਦੁੱਖ ਨਹੀਂ ਮਿਟੇ। ਤੇ ਜਿਹੜਾ ਰੱਬ ਦਾ ਪਿਆਰਾ, ਜਿਹਨੇ ਜੀਵਨ ਜਿੱਤ ਲਿਆ, ਗੁਰੂ ਦਾ ਹੁਕਮ ਮੰਨਿਆ, ਉਹਦੇ ਸਾਰੇ ਦੁੱਖ ਮਿਟ ਗਏ ਨੇ। ਇਸ ਕਰਕੇ ਉਹ ਦੇਵਤਿਆਂ ਤੋਂ ਵੀ ਉੱਚਾ ਹੋ ਗਿਆ। ਇਸ ਕਰਕੇ ਜਿੱਦਣ ਉਹ ਸੰਸਾਰ ਤੇ ਆਉਂਦਾ ਜਾਂ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਤੇ ਆਮ ਕਹਾਣੀਆਂ ਵੀ ਤੁਸੀਂ ਸੁਣੋਗੇ ਕਿ ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਹੈ। ਪਰ ਗੁਰੂ ਤੋਂ ਬਿਨਾਂ, ਗੁਰੂ ਦੇ ਹੁਕਮ ਨੂੰ ਸੇਵਨ ਕਰਨ ਤੋਂ ਬਿਨਾਂ, ਪੀਣ ਤੋਂ ਬਿਨਾਂ, ਕਮਾਉਣ ਤੋਂ ਬਿਨਾਂ ਬਹੁਤਾ ਦੁੱਖ ਲੱਗਾ। ਤੇ ਕਿੰਨਾ ਕੁ ਚਿਰ ਲੱਗਾ, ਕਿੰਨਾ ਟਾਈਮ ਲੱਗਾ। ਉੱਥੇ ਤੇ ਕਿਹਾ ਸੀ ਨਾ ਕੇਤਿਆਂ ਦੁਖ ਭੂਖ ਸਦਮਾਰ, ਇੱਥੇ ਕਿਹਾ ਵੀ ਚਾਰੇ ਯੁੱਗ ਹੀ ਉਹ ਲੋਕ ਦੁਖੀ ਰਹਿਣਗੇ ਤੇ ਚਾਰੇ ਯੁੱਗ ਭਰਮ ਦੇ ਵਿੱਚ ਪਏ ਰਹਿਣਗੇ। ਭਰਮ ਦਾ ਮਤਲਬ ਅਗਿਆਨ। ਹੁਣ ਇੱਥੇ ਦੁੱਖ ਦਾ ਕਾਰਨ ਵੀ ਦੱਸ ਦਿੱਤਾ ਹੈ। ਭਰਮ ਦਾ ਅਰਥ ਹੁੰਦਾ ਹੈ ਜਿਹੜੀ ਚੀਜ਼ ਸਾਹਮਣੇ ਹੈ
ਉਹਦਾ ਸਹੀ ਸਰੂਪ ਨਜ਼ਰ ਨਾ ਆਉਣਾ। ਜਿਵੇਂ ਅੱਗ ਬਲਦੀ ਹੈ ਤੇ ਬੱਚਾ ਉਹਨੂੰ ਫੁੱਲ ਸਮਝ ਕੇ ਹੱਥ ਵਿੱਚ ਫੜ ਲੈਂਦਾ, ਉਹ ਅੱਗ ਸਾੜ ਕੇ ਹੱਥ ਰੱਖ ਦਿੰਦੀ ਹੈ। ਇਸੇ ਤਰ੍ਹਾਂ ਸੰਸਾਰ ਦੇ ਵਿੱਚ ਅਗਿਆਨ ਕਰਕੇ, ਅੱਖਾਂ ਦੇ ਨਾ ਹੋਣ ਕਰਕੇ, ਗੁਰੂ ਤੋਂ ਅੱਖ ਨਾ ਲੈਣ ਕਰਕੇ ਅਸੀਂ ਜਿਹੜੀ ਜਿਹੜੀ ਚੀਜ਼ ਨੂੰ ਹੱਥ ਪਾਇਆ ਅਸੀਂ ਉਹਨੂੰ ਸਮਝਿਆ ਸੀ ਇਹ ਫੁੱਲ ਹੈ, ਤੇ ਜਦੋਂ ਫੁੱਲ ਨੂੰ ਹੱਥ ਪਾਇਆ ਤੇ ਫੁੱਲ ਕੰਡਾ ਬਣ ਗਿਆ। ਕਿਉਂ? ਉਹ ਹੈ ਹੀ ਕੰਡਾ ਸੀ, ਸਿਰਫ ਸਾਡੀ ਨਜ਼ਰ ਦੀ ਭ੍ਰਾਂਤੀ ਕਰਕੇ, ਭਰਮ ਕਰਕੇ ਸਾਨੂੰ ਉਹ ਫੁੱਲ ਲੱਗਦਾ ਸੀ। ਤੇ ਜਿੱਦਣ ਗੁਰੂ ਨੂੰ ਪੁੱਛਿਆ ਤੇ ਗੁਰੂ ਸਾਹਿਬ ਨੇ ਦੱਸਿਆ, ਆ ਮੈਂ ਤੈਨੂੰ ਦੱਸਾਂ ਸੁਖ ਕੀ ਹੈ, ਸੁਖ ਕੀ ਹੈ ਸੰਸਾਰ ਦੇ ਵਿੱਚ। ਤਾਂ ਸਤਿਗੁਰੂ ਨੇ ਫਰਮਾਨ ਕੀਤਾ, ਕਹਿੰਦੇ ਹਲਤ ਸੁਖ ਪਲਤ ਸੁਖ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੇ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀਜੈ। ਗੁਰੂ ਨੇ ਰਸਤਾ ਖੋਲ ਦਿੱਤਾ, ਸਹੀ ਪਹਿਚਾਣ ਆ ਗਈ। ਨਹੀਂ ਤੇ ਚਾਰੇ ਯੁਗਾਂ ਦੇ ਵਿੱਚ ਜੀਵ ਭਰਮਦਾ ਹੈ। ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦ ਦੇਹ 부ਝਾਈ। ਬੇਨਤੀ ਦੇ ਰੂਪ ਵਿੱਚ ਕਹਿੰਦੇ ਹਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿ ਹੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ, ਅਸੀਂ ਦੀਨ ਹਾਂ। ਦੀਨ ਦਾ ਮਤਲਬ ਹੈ ਕਮਜ਼ੋਰ, ਦੀਨ ਦਾ ਮਤਲਬ ਹੈ ਹੀਣ, ਭਾਵ ਸਾਡੇ ਕੋਲ ਸਮਰੱਥਾ ਹੀ ਕੋਈ ਨਹੀਂ, ਸਾਡੇ ਕੋਲ ਤਾਕਤ ਹੀ ਕੋਈ ਨਹੀਂ ਹੈ। ਅਸੀਂ ਸਿਰਫ ਹੱਥ ਅੱਡ ਸਕਨੇ ਹਾਂ। ਨਾਮ ਦੇਣਾ ਤੇਰੀ ਮਰਜ਼ੀ ਹੈ, ਨਾਮ ਦੇਣਾ ਕਿਉਂਕਿ ਦਾਤਾ ਗੁਰੂ ਹੈ ਨਾਮ ਦਾ। ਸਾਧ ਸੰਗਤ ਜੀ, ਪਹਿਲਾਂ ਮੈਂ ਬੇਨਤੀ ਕੀਤੀ ਸੀ, ਵੈਸੇ ਹਰ ਇੱਕ ਚੀਜ਼ ਦਾ ਦਾਤਾ ਪਰਮੇਸ਼ਰ ਪਾਰ ਬ੍ਰਹਮ ਵਾਹਿਗੁਰੂ ਹੈ, ਪਰ ਜਿਹੜੀ ਨਾਮ ਦੀ ਧਰਮ ਦੀ ਚੀਜ਼ ਹੈ ਨਾ, ਇਹ ਤਾਂ ਤੁਸੀਂ ਜਿਵੇਂ ਪੰਜਾਬੀ ਵਿੱਚ ਕਹਿੰਦੇ ਵੀ ਵਰਕਾ ਹੀ ਪਾੜ ਦਿਓ, ਵੀ ਇੱਕ ਕਦਮ ਵੀ ਤੁਸੀਂ ਗੁਰੂ ਤੋਂ ਬਿਨਾਂ ਅੱਗੇ ਚੱਲ ਸਕੋਗੇ। ਤੇ ਉਹ ਵੀ ਗੁਰੂ ਦੀ ਗੱਲ ਕਮਾਉਣੀ ਪੈਣੀ ਹੈ। ਇੱਥੋਂ ਤੱਕ ਨਹੀਂ ਵੀ ਮੈਂ ਮਤਲਬ ਸਿੱਖ ਹਾਂ ਤੇ ਮੇਰਾ ਗੁਰੂ ਹੈ ਬਸ, ਇੰਨੇ ਨਾਲ ਨਹੀਂ ਫਰਕ ਪੈਂਦਾ। ਉਹ ਵੀ ਗੁਰੂ ਦੇ ਹੁਕਮ ਦੇ ਤੇ ਚੱਲ ਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਡੇ ਵਿੱਚ ਤਾਂ ਤਾਕਤ ਕੋਈ ਨਹੀਂ ਮਹਾਰਾਜ। ਵੇਖੋ ਭਾਵੇਂ 12 ਸਾਲ ਸੇਵਾ ਕਰਕੇ ਵੀ ਜਨਾਈ ਨਹੀਂ ਹੈ। ਅਸਲ ਵਿੱਚ ਗੁਰੂ ਦੀ ਬਖਸ਼ਿਸ਼ ਕਦੋਂ ਮਿਲਦੀ ਹੈ? ਇਹ ਸੇਵਾ ਤੇ ਕੰਮ ਵਿੱਚ ਬੜਾ ਫਰਕ ਹੈ। ਕੰਮ ਹੋਰ ਚੀਜ਼ ਹੈ, ਸੇਵਾ ਹੋਰ ਚੀਜ਼ ਹੈ। ਕੰਮ ਦਾ ਅਰਥ ਹੈ ਕਿ ਉਹਦੇ ਤਬਾਦਲੇ ਤੇ ਮਨੁੱਖ ਸ਼ਰਤ ਰੱਖਦਾ ਹੈ ਕਿ ਮੈਨੂੰ ਇੰਨੇ ਪੈਸੇ ਚਾਹੀਦੇ ਨੇ ਕੰਮ ਕਰਨਾ। ਸੇਵਾ ਵਿੱਚ ਇਹ ਨਹੀਂ ਹੈ। ਕੋਈ ਪਤਾ ਨਹੀਂ ਗੁਰੂ 2 ਸਾਲ 4 ਸਾਲ ਸੇਵਾ ਤੋਂ ਬਾਅਦ ਸਿੱਖ ਆਵੇ ਤੇ ਪੁੱਛੇ ਵੀ ਕੀ ਕਰਨਾ, ਕਹਿੰਦੇ ਇੰਨਾ ਚਿਰ ਹੋ ਗਿਆ ਸੇਵਾ, ਕਹਿੰਦੇ ਜਾ ਭੱਜ ਜਾ, ਕੁਝ ਨਹੀਂ ਮੇਰੇ ਕੋਲ। ਇਹ ਸੇਵਾ ਇਹਨੂੰ ਕਹਿੰਦੇ ਨੇ। ਇਹ ਗੱਲ ਥੋੜ੍ਹੀ ਜੀ ਔਖੀ ਹੈ ਸਾਧ ਸੰਗਤ ਜੀ, ਜਿਹਦੇ ਵਿੱਚ ਕਾਮਨਾ ਨਾ ਹੋਵੇ। ਸੇਵਕ ਦੀ ਪਰਿਭਾਸ਼ਾ ਲਿਖੀ ਗੁਰੂ ਅਰਜਨ ਦੇਵ ਜੀ ਨੇ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਗੁਰੂ ਦੀ ਆਗਿਆ ਸਹਿਣੀ ਸੌਖੀ ਹੈ। ਜਿਵੇਂ ਘਣ ਵੱਜਦਾ ਸਾਧ ਸੰਗਤ ਜੀ, ਗੁਰਬਾਣੀ ਇਸ ਤਰ੍ਹਾਂ ਵੱਜਦੀ ਹੈ ਥੋੜੇ ਵਾਂਗੂ ਸਰੀਰ ਜੀਵਨ ਦੇ ਉੱਤੇ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਫਿਰ ਕਿਹਦੀ ਸੇਵਾ ਪ੍ਰਵਾਨ ਹੁੰਦੀ ਹੈ? ਕੰਮ ਤਾਂ ਸਾਰੇ ਹੀ ਕਰਦੇ ਨੇ। ਸੇਵਾ ਕਰਤ ਹੋਏ ਨਿਹਕਾਮੀ। ਨਿਹਕਾਮੀ ਦਾ ਮਤਲਬ ਉਹਦੇ ਬਦਲੇ ਵਿੱਚ ਮੰਗੇ ਕੁਝ ਨਾ, ਵੀ ਮੇਰਾ ਕੁਝ ਬਣੇ ਜਾਂ ਮੇਰੀ ਅਵਸਥਾ ਬਣੇ ਜਾਂ ਮੈਨੂੰ ਪ੍ਰਕਾਸ਼ ਹੋ ਜਾਏ ਜਾਂ ਆਹ ਹੋ ਜਾਏ ਜਾਂ ਉਹ। ਕੋਈ ਨਹੀਂ, ਕੋਈ ਮੰਗ ਨਹੀਂ ਹੈ, ਬਸ ਕਰੀ ਜਾਣਾ, ਕਰੀ ਜਾਣਾ। ਗੁਰੂ ਦਾ ਹੁਕਮ ਮੰਨਣਾ ਹੈ। ਤਾਂ ਉਹਦੇ ਵਿੱਚ ਮਹਾਰਾਜ ਕਹਿੰਦੇ ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੈ। ਇਹ ਮਤ ਉਸ ਸੇਵਕ ਨੂੰ ਆਉਂਦੀ ਹੈ। ਮਤ ਵੀ ਸਤਿਗੁਰੂ ਆਪ ਬਖਸ਼ਿਸ਼ ਕਰਦੇ ਹਨ। ਅਰਦਾਸ ਦੇ ਰੂਪ ਵਿੱਚ ਕਹਿੰਦੇ ਹਮ ਦੀਨ ਤੁਮ ਜੁਗ ਜੁਗ ਦਾਤੇ। ਸਾਰੇ ਯੁਗਾਂ ਵਿੱਚ ਤੁਸੀਂ ਦਾਤੇ ਸਰੂਪ ਹੋ ਸਤਿਗੁਰੂ ਜੀ, ਨਾਮ ਦੀ ਦਾਤ ਦੇਣ ਵਾਲੇ ਹੋ। ਸ਼ਬਦੇ ਦੇਹ 부ਝਾਈ, ਸ਼ਬਦ ਦੁਆਰਾ, ਆਪਣੇ ਨਾਮ ਦੇ ਕਿਣਕੇ ਦੁਆਰਾ, ਗੁਰਬਾਣੀ ਦੇ ਉਪਦੇਸ਼ ਦੁਆਰਾ ਜ਼ਿੰਦਗੀ ਦੀ ਬੁਝਾਰਤ ਬੁਝਾ ਦਿਓ।
ਕਿ ਸੰਸਾਰ ਵਿੱਚ ਲੈਣ ਕੀ ਆਇਆ, ਕਰਨ ਕੀ ਆਇਆ, ਕਿਰਪਾ ਕਰਕੇ ਇਹ ਦੱਸ ਦੇਵੋ ਜੀ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ। ਇਹ ਹਰੀ ਵਾਹਿਗੁਰੂ ਜੀਵਾਂ ਨੂੰ ਹਰੇ ਭਰੇ ਕਰਨ ਵਾਲੇ। ਹਰ ਦਾ ਅਰਥ ਹੈ, ਹਰ ਦਾ ਅਰਥ ਹੈ ਹਰਨ ਕਰਨ ਵਾਲਾ, ਚੋਰੀ ਕਰਨ ਵਾਲਾ। ਹਰ ਦਾ ਮਤਲਬ ਹੈ ਚੋਰੀ, ਯਾਨੀ ਕਿ ਸੁੱਤੇ ਪਏ ਦਾ ਸਮਾਨ ਚੁੱਕ ਲੈਣ ਵਾਲਾ। ਪਰਮਾਤਮਾ ਜਦੋਂ ਖੁਸ਼ ਹੁੰਦਾ ਹੈ ਨਾ ਸਾਧ ਸੰਗਤ ਜੀ, ਕਈ ਵਾਰੀ ਤੇ ਭਾਵੇਂ ਕਿੰਨਾ ਜ਼ੋਰ ਲਾਈ ਜਾਈਏ ਤਾਂ ਵੀ ਨਹੀਂ ਕੁਝ ਮਿਲਦਾ। ਤੇ ਇੱਥੇ ਹਰੀ ਤਾਂ ਲਿਖਿਆ ਵੀ ਜਦੋਂ ਦੇਣ ਤੇ ਆਵੇ ਉਦੋਂ ਸੁੱਤਿਆਂ ਦੇ ਹੀ ਦੁੱਖ ਹਟਾ ਦਿੰਦਾ। ਇੱਕ ਜਾ ਗੰਦੇ ਨਾ ਲਹਿਣ, ਇੱਕ ਨਾ ਸੁੱਤਿਆਂ ਦੇ ਉਠਾਲ। ਇਹਦਾ ਮਤਲਬ ਇਹ ਨਹੀਂ ਵੀ ਸੁੱਤੇ ਹੀ ਰਹਿਣਾ ਚਾਹੀਦਾ। ਇਹ ਗੱਲ ਨੂੰ ਸਮਝੀਏ ਵੀ ਸੌਣ ਦਾ ਮਤਲਬ ਕੀ ਹੈ। ਸੌਣ ਦਾ ਮਤਲਬ ਹੈ ਇੱਕ ਐਸੀ ਅਵਸਥਾ ਦੇ ਵਿੱਚ ਨਾਮ ਜਪਣਾ ਜਿਹਦੇ ਵਿੱਚ ਸਾਧ ਸੰਗਤ ਜੀ ਜਪਣਾ ਵੀ ਤੇ ਇਹ ਅੰਦਰੋਂ ਅਵਸਥਾ ਬਣਾਉਣੀ ਕਿ ਵਾਹਿਗੁਰੂ ਜਪਾ ਰਿਹਾ ਹੈ, ਮੇਰੇ ਤੋਂ ਜਪਿਆ ਨਹੀਂ ਜਾਂਦਾ। ਇਹਨੂੰ ਕਹਿੰਦੇ ਨੀਂਦ ਵਿੱਚ, ਨੀਂਦ ਸੁਹੇਲੀ ਨਾਮ ਕੀ, ਯਾਨੀ ਕਿ ਅਕਰਤਾ ਹੋ ਕੇ ਬਿਲਕੁਲ ਆਪਣੇ ਆਪੇ ਨੂੰ ਪਾਸੇ ਕਰਕੇ ਨਾਮ ਜਪਣਾ। ਉਸ ਦੁਆਰਾ ਕਹਿੰਦੇ ਮਹਾਰਾਜ ਕਹਿੰਦੇ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ। ਆਪ ਜੀ ਕਿਰਪਾ ਕਰ ਦਿਓ, ਰਹਿਮਤ ਕਰ ਦਿਓ, ਮੇਰਾ ਕੋਈ ਗੁਣ ਅਵਗੁਣ ਮੇਰਾ ਕੋਈ ਜੀਵਨ ਦੇ ਵਿੱਚ ਨਾ ਵਿਚਾਰੋ। ਅਰਦਾਸ ਕਰੀਏ ਗੁਰੂ ਸਾਹਿਬ ਦੇ ਚਰਨਾਂ ਵਿੱਚ, ਸਾਰੇ ਪੜੋ ਪਿਆਰ ਦੇ ਨਾਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਹਨ, ਹਰ ਜੀਓ ਕਿਰਪਾ ਕਰੋ ਤੁਮ ਪਿਆਰੇ। ਸਤਿਗੁਰ ਦਾਤਾ ਮੇਲ ਮਿਲਾਵੋ। ਇਹ ਸ਼ਬਦ ਦੇ ਵਿੱਚ ਸਤਿਗੁਰੂ ਕਹਿੰਦੇ ਕਿਰਪਾ ਕਰ ਦਿਓ, ਰਹਿਮਤ ਬਖਸ਼ੀਸ਼ ਕਰ ਦਿਓ ਜੀ। ਹਰ ਨਾਮ ਦੇਵੋ ਆਧਾਰੇ। ਹਰੀ ਦਾ ਨਾਮ ਆਧਾਰ ਦੇਵੋ। ਆਧਾਰ ਦਾ ਮਤਲਬ ਹੁੰਦਾ ਹੈ ਆਸਰਾ। ਆਧਾਰ ਦਾ ਮਤਲਬ ਹੁੰਦਾ ਹੈ ਜਿਹਦੇ ਉੱਤੇ ਅਸੀਂ ਖੜੇ ਹਾਂ। ਸਤਿਗੁਰ ਦਾਤਾ ਮੇਲ ਮਿਲਾਵੋ। ਹੁਣ ਸਤਿਗੁਰੂ ਨੂੰ ਕਿਹਾ ਹੈ, ਅਕਾਲ ਪੁਰਖ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਦੇ ਰਾਹੀਂ ਮੈਨੂੰ ਦਾਤ ਬਖਸ਼ਿਸ਼ ਕਰੋ, ਕਿਉਂਕਿ ਸਿੱਧਾ ਪਰਮਾਤਮਾ ਸਾਨੂੰ ਦਾਤ ਨਹੀਂ ਮਿਲਦੀ ਜਿੰਨਾ ਵਿੱਚ ਗੁਰੂ ਨਹੀਂ ਆਉਂਦਾ। ਵਿੱਚ ਜਿੰਨਾ ਚਿਰ ਗੁਰੂ ਦੀ ਬਖਸ਼ਿਸ਼ ਨਹੀਂ ਆਉਂਦੀ ਉਹਨਾਂ ਚਿਰ ਸਿੱਧਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਅਰਦਾਸ ਕਰੋ ਸਾਰੇ ਪਿਆਰ ਦੇ ਨਾਲ, ਪੜੋ ਬਾਣੀ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ। ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਟੀ ਕਾ ਕਿਆ ਧੋਪੈ ਸੁਆਮੀ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਟੀ ਕਾ ਕਿਆ ਧੋਪੈ ਸੁਆਮੀ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਟੀ ਕਾ ਕਿਆ ਧੋਪੈ ਸੁਆਮੀ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਟੀ ਕਾ ਕਿਆ ਧੋਪੈ ਸੁਆਮੀ। ਮਾਨਸ ਕੀ ਗਤ ਏਹੀ, ਮਾਨਸ ਕੀ ਗਤ ਏਹੀ, ਮਾਨਸ ਕੀ ਗਤ ਏਹੀ, ਮਾਨਸ ਕੀ ਗਤ ਏਹੀ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ। ਕਿਰਪਾ ਦੇ ਵਿੱਚ ਸਭ ਕੁਝ ਮਿਲ ਜਾਂਦਾ ਹੈ, ਰਹਿਮਤ ਦੇ ਵਿੱਚ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਆਪ ਜੀ ਸਦਾ ਦੇਣ ਵਾਲੇ ਹੋ, ਅਸੀਂ ਦੀਨ ਹਾਂ। ਸਤਿਗੁਰ ਦਾਤਾ ਮੇਲ ਮਿਲਾਓ, ਗੁਰੂ ਨੂੰ ਮਿਲਾਓ ਤੇ ਹਰੀ ਦੇ ਨਾਮ ਦਾ ਆਧਾਰ ਆਸਰਾ ਬਖਸ਼ੋ। ਰਹਾਉ ਵਿਸ਼ਰਾਮ ਦਿੰਦੇ ਹਨ। ਮਨਸਾ ਮਾਰ ਦੁਬਿਧਾ ਸਹਿਜ ਸਮਾਣੀ,
ਪਾਇਆ ਨਾਮ ਅਪਾਰਾ। ਹੁਣ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਤੇ ਸਿੱਖ ਸਿਮਰਨ ਕਰਦਾ, ਨਾਮ ਜਪਦਾ, ਨਿਤਨੇਮ ਕਰਦਾ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਵਾਲਾ ਬਣ ਕੇ। ਤੇ ਸਿੱਖੀ ਦੇ ਵਿੱਚ ਗੁਰੂ ਵਾਲਾ ਬਣਨਾ ਜਿਹੜਾ ਉਹ ਕੀ ਹੈ, ਉਹ ਪੰਜ ਪਿਆਰਿਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਾਮ ਦੀ ਦਾਤ ਲੈਣੀ, ਫਿਰ ਉਸ ਉਪਦੇਸ਼ ਦੀ ਕਮਾਈ ਕਰਨੀ। ਇੱਥੇ ਕਹਿੰਦੇ ਹਨ ਕਿ ਜਦੋਂ ਗੁਰੂ ਦਾ ਸ਼ਬਦ ਅੰਦਰ ਜਾਂਦਾ, ਸਿੱਖ ਦੀ ਸੁਰਤ ਦੇ ਵਿੱਚ ਸਮਾ ਜਾਂਦਾ ਹੈ ਤੇ ਫਿਰ ਅੰਤਿਸ਼ ਕਰਨ ਦੇ ਵਿੱਚੋਂ ਮਨਸਾ ਨੂੰ ਮਾਰ ਦਿੰਦਾ। ਮਨਸਾ ਮੈਨੇ ਮਨ ਦੇ ਵਿੱਚੋਂ ਨਿਕਲੀ ਹੋਈ ਤ੍ਰਿਸ਼ਨਾ ਦੀ ਲਹਿਰ, ਮਨਸਾ ਮਨ ਦੇ ਵਿੱਚੋਂ ਸੰਸਾਰ ਦੀਆਂ ਚੀਜ਼ਾਂ ਦੀ ਬਹੁਤ ਜ਼ਿਆਦੀ ਤੇਜ਼ ਇੱਛਾ ਦੀ ਅਗਨੀ, ਉਹਨੂੰ ਕਹਿੰਦੇ ਨੇ ਮਨਸਾ। ਉਹਨੂੰ ਮਾਰਦਾ ਪਹਿਲਾਂ ਨਾਮ ਜਾ ਕੇ ਅੰਦਰੋਂ, ਇੱਕ ਇੱਕ ਕਰਕੇ ਉਹਦੀ ਜਿਹੜੀ ਵਧੀ ਹੋਈ ਤ੍ਰਿਸ਼ਨਾ ਸੀ ਉਹਨੂੰ ਖਤਮ ਕਰ ਦਿੰਦਾ। ਤੇ ਉਹਦੇ ਕਰਕੇ ਦੁਬਦਾ ਸੀ, ਜਿਹੜੀ ਤ੍ਰਿਸ਼ਨਾ ਵੱਧ ਗਈ ਸੀ। ਦੁਬਦਾ ਕਾਹਦੀ ਸੀ? ਦੋ ਵਿਧਾ, ਮਨ ਦੋ ਪਾਸੇ ਭੱਜਦਾ ਸੀ। ਇੱਧਰ ਜਦੋਂ ਆਉਂਦਾ ਸੀ ਗੁਰਮੁਖਾਂ ਦੀ ਸੰਗਤ, ਗੁਰੂ ਕੀ ਸੰਗਤ ਵਿੱਚ ਮਨ ਕਰਦਾ ਸੀ ਵੀ ਨਾਮ ਜਪਣਾ ਚਾਹੀਦਾ, ਤੇ ਜਦੋਂ ਦੂਜੇ ਪਾਸੇ ਜਾਂਦਾ ਸੀ ਫਿਰ ਕਹਿੰਦਾ ਸੀ ਵੀ ਆਹ ਠੀਕ ਹੈ ਕੰਮ, ਇਹਨੂੰ ਦੁਬਦਾ ਕਹਿੰਦੇ ਨੇ। ਉਹ ਕਦੋਂ ਖਤਮ ਹੁੰਦੀ ਹੈ? ਜਦੋਂ ਮਨਸਾ ਖਤਮ ਹੁੰਦੀ ਹੈ। ਮਨਸਾ ਦੇ ਨਾਲ ਦੁਬਦਾ ਦਾ ਬਹੁਤ ਵੱਡਾ ਸੰਬੰਧ ਹੈ ਆਪਸ ਦੇ ਵਿੱਚ। ਦੁਬਦਾ ਕਾਹਦੇ ਵਿੱਚ ਖਤਮ ਹੋਈ ਹੈ? ਸਹਿਜ ਸਮਾਨੀ, ਸਹਿਜ ਸਮਾਣੀ। ਸਹਿਜ ਦੇ ਅੰਦਰ, ਸਹਿਜ ਇੱਕ ਅਵਸਥਾ ਹੈ, ਸਹਿਜ ਦਾ ਸਹਿਜ ਇੱਕ ਅਵਸਥਾ, ਇੱਕ ਸਹਿਜ ਆਪਾਂ ਕਹਿੰਦੇ ਹਾਂ ਸਹਿਜੇ ਸਹਿਜੇ ਤੁਰਨਾ। ਇੱਕ ਸਹਿਜ ਹੁੰਦਾ ਹੈ ਆਪਣੇ ਮੂਲ ਸਰੂਪ ਵਿੱਚ ਆ ਜਾਣਾ। ਜਿਵੇਂ ਸਹਿਜ ਕੀ ਹੁੰਦਾ ਹੈ? ਆ ਸਾਡੇ ਸਾਹਮਣੇ ਇੱਟਾਂ ਲੱਗੀਆਂ ਨੇ, ਇਹਦਾ ਸਹਿਜ ਕੀ ਹੈ? ਮਿੱਟੀ। ਸ਼ੁਰੂਆਤ ਇਹਨਾਂ ਦੀ ਮਿੱਟੀ ਤੋਂ ਹੋਈ ਹੈ। ਇਸ ਤਰ੍ਹਾਂ ਸਾਡੀ ਸ਼ੁਰੂਆਤ ਜੋਤ ਤੋਂ ਹੋਈ ਹੈ, ਪਰਮਾਤਮਾ ਤੋਂ ਹੋਈ ਹੈ। ਜਦੋਂ ਅੰਦਰੋਂ ਜੋਤ ਪ੍ਰਗਟ ਹੋ ਗਈ ਤੇ ਦੁਬਦਾ ਉਹਦੇ ਵਿੱਚ ਆਪਣੇ ਆਪ ਹੀ ਨਸ਼ਟ ਹੋ ਗਈ, ਸਹਿਜ ਸਮਾਣੀ। ਤੇ ਫਿਰ ਇੱਕ ਨਾਮ ਦੀ ਦਾਤ ਮਿਲੀ ਜਿਹੜੀ ਅਪਾਰ, ਜਿਹਦਾ ਕੋਈ ਪਾਰਲਾ ਕੰਢਾ ਨਹੀਂ ਸੀ। ਇਸ ਤਰ੍ਹਾਂ ਦਾ ਨਾਮ ਖੁਮਾਰੀ ਜਿਹੜੀ ਸੀ, ਨਾਮ ਦੀ ਮਸਤਾਨੀ ਦਸ਼ਾ ਚੜੀ ਹੈ ਗੁਰਮੁਖ ਨੂੰ। ਹਰ ਰਸ ਚਾਖ ਮਨ ਨਿਰਮਲ ਹੋਆ, ਕਿਲ ਬਿਖ ਕਾਟਣ ਹਾਰਾ। ਹੁਣ ਜਦੋਂ ਮੈਲ ਉਤਰਦੀ ਹੈ ਨਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਮਨ ਦੇ ਵਿੱਚੋਂ ਵਿਕਾਰਾਂ ਦੀ ਮੈਲ ਨਿਕਲਦੀ ਹੈ, ਮਨ ਨਿਰਮਲ ਹੋ ਜਾਂਦਾ ਹੈ, ਤਾਂ ਉਸ ਸਮੇਂ ਕੀ ਹੁੰਦਾ ਹੈ ਕਿ ਅੰਦਰੋਂ ਰਸ ਆਉਣ ਲੱਗ ਪੈਂਦਾ। ਰਸ ਤੇ ਅੰਦਰ ਪਹਿਲਾਂ ਵੀ ਆਇਆ ਸੀ, ਪਰ ਉਹਦੇ ਉੱਤੇ ਜਿਵੇਂ ਕਿਸੇ ਚੀਜ਼ ਤੇ ਧੂੜ ਜੰਮ ਜਾਏ, ਕਿਸੇ ਚੀਜ਼ ਦੇ ਉੱਤੇ ਮਿੱਟੀ ਪੈ ਜਾਏ, ਜਦੋਂ ਉਹਦੇ ਉੱਤੇ ਸੰਸਾਰ ਦੀ, ਵਿਚਾਰਾਂ ਦੀ, ਦੁਬਦਾ ਦੀ, ਰਾਗ ਦਵੈਖ ਦੀ, ਇਤਿਆਦਿਕ ਤ੍ਰਿਸ਼ਨਾ, ਨਿੰਦਿਆ, ਚੁਗਲੀ ਦੀ ਮੈਲ ਪਈ ਸੀ ਤੇ ਜੀਵਨ ਫਿੱਕਾ ਸੀ, ਬਿਲਕੁਲ ਰਸ ਨਹੀਂ ਸੀ ਆਉਂਦਾ। ਪਰ ਜਦੋਂ ਗੁਰੂ ਦੀ ਕਿਰਪਾ ਹੋਈ, ਸਤਿਗੁਰਾਂ ਨੇ ਉਹ ਮੈਲ ਲਾ ਦਿੱਤੀ ਨਾਮ ਦੇ ਨਾਲ। ਉਹਨੂੰ ਚਾਖ ਕੇ, ਹਰੀ ਦੇ ਰਸ ਨੂੰ ਚੱਖ ਕੇ ਮਨ ਨਿਰਮਲ ਹੋ ਗਿਆ, ਸੁੱਚਾ ਪਵਿੱਤਰ ਸ਼ੁੱਧ ਹੋ ਗਿਆ। ਤੇ ਸਾਰੇ ਜਿਹੜੇ ਕਿਲਵਿਖ ਸਨ, ਪੁਰਾਣੇ ਕਿਲਵਿਖ ਪਾਪ ਕੀਤੇ ਸਨ ਜਿਹੜੇ, ਉਹ ਸਾਰੇ ਉਤਰ ਗਏ ਹਨ ਗੁਰਸਿੱਖ ਦੇ ਅੰਦਰੋਂ। ਸ਼ਬਦ ਮਰਹੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਮੌਤ ਦੀ ਦਵਾਈ ਦੁਨੀਆ ਵਿੱਚ ਕਿਤੇ ਨਹੀਂ ਹੈ, ਗੁਰੂ ਤੋਂ ਬਿਨਾ ਮੌਤ ਖਤਮ ਕਰਨ ਦੀ ਦਵਾਈ ਕਿਸੇ ਕੋਲ ਨਹੀਂ ਹੈ। ਹਾਂ, ਇੱਕ ਵਾਰੀ ਸਰੀਰ ਦੇ ਰਹਿੰਦਿਆਂ ਮਰਨਾ ਪਏਗਾ, ਪਰਤ ਕੇ ਮੌਤ ਨਹੀਂ ਆਏਗੀ। ਅਸੀਂ ਉਸ ਮੌਤ ਨੂੰ ਸਿੱਖਦੇ ਨਹੀਂ। ਸ਼ਬਦ ਮਰੋ ਫਿਰ ਜੀਵੋ ਸਦ ਹੀ। ਗੁਰੂ ਦੇ ਸ਼ਬਦ ਦੇ ਨਾਲ ਆਪਣੇ ਮਨ ਨੂੰ ਜੋ ਮਤਲਬ ਅਨਨੈਚਰਲੀ, ਗੈਰ ਕੁਦਰਤੀ ਹੋ ਕੇ ਜੀ ਰਿਹਾ, ਲੋੜ ਤੋਂ ਵੱਧ ਸੰਸਾਰ ਨਾਲ ਚੰਬੜਿਆ ਹੋਇਆ, ਉਹਨੂੰ ਮਾਰ ਦਿਓ, ਸੰਸਾਰ ਦੀ ਪਕੜ ਨੂੰ। ਇੱਥੇ ਸਰੀਰਕ ਜੀਵਨ ਖਤਮ ਕਰਨ ਦਾ ਮਤਲਬ ਨਹੀਂ। ਉਹ ਜਪੇਗਾ ਸਿੱਖ ਗੁਰੂ ਕਾ ਸ਼ਬਦ, ਜਾਪ ਕਰੇਗਾ ਉਹਦਾ ਪਿਆਰ ਦੇ ਨਾਲ, ਤੇ ਹੌਲੀ ਹੌਲੀ ਸ਼ਬਦ ਅੰਦਰ ਜਾਏਗਾ ਤੇ ਉਹ ਮੈਲ ਮਰੇਗੀ ਅੰਦਰੋਂ। ਮਰੇਗੀ ਕਹਿ ਲਓ, ਕੱਟੀ ਜਾਏਗੀ ਕਹਿ ਲਓ, ਇੱਕੋ ਹੀ ਗੱਲ ਹੈ। ਤੇ ਫਿਰ ਇੱਕ ਸਦਾ ਦਾ ਜੀਵਨ ਮਿਲੇਗਾ। ਜੀਵੋ ਸਦ ਹੀ। ਉੱਥੇ ਫਿਰ ਕਾਲ ਰਹਿੰਦੇ ਨਹੀਂ।
ਸਾਧੀ ਦਾ ਮਤਲਬ ਕੀ ਹੈ? ਸਾਧੀ ਦਾ ਮਤਲਬ ਇਹ ਨਹੀਂ ਵੀ 100 ਸਾਲ ਜੀਵੇਗਾ ਜਾਂ 200 ਸਾਲ ਜੀਵੇਗਾ ਜਾਂ 1000 ਸਾਲ। ਉਹ ਜੁਗੋ ਜੁਗ ਟਲ ਹੋ ਗਿਆ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਗੁਰੂ ਦਾ ਮੰਤਰ ਜਿਨ੍ਹਾਂ ਨੇ ਜਪਿਆ, ਸੋ ਆਓ ਪਿਆਰ ਦੇ ਨਾਲ ਜਪੋ ਸਾਰੇ ਪਿਆਰ ਵਿੱਚ ਗੁਰੂ ਕੇ ਮੰਤਰ ਸ਼ਬਦ ਨੂੰ। ਵਾਹਿਗੁਰੂ 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 ਸ਼ਬਦ ਮਰਹੋ ਫਿਰ ਜੀਵੋ ਸਦ ਹੀ। ਇਸ ਤਰ੍ਹਾਂ ਸ਼ਬਦ ਦਾ ਰੋਜ਼ ਲਗਾਤਾਰ ਹੋਵੇਗਾ ਅਭਿਆਸ। 15 ਮਿੰਟ ਤੋਂ ਅੱਧਾ ਘੰਟਾ ਪੌਣਾ ਘੰਟਾ ਰੋਜ਼ ਸਵੇਰੇ ਉੱਠ ਕੇ ਜੋ ਪੰਜ ਪਿਆਰਿਆਂ ਨੇ ਉਪਦੇਸ਼ ਦਿੱਤਾ ਉਹਨੂੰ ਜਪਣਾ ਤੇ ਫਿਰ ਸਾਰਾ ਦਿਨ ਜੋ ਹੁਕਮ ਕੀਤਾ ਉਵੇਂ ਦੇ ਕੰਮ ਕਰਨੇ। ਬਸ ਦੋ ਹੀ ਗੱਲਾਂ ਨੇ ਸਿੱਖੀ। ਕੋਈ ਬਹੁਤੀਆਂ ਕਥਾਵਾਂ ਤੇ ਤਾਂ ਨੇ ਕਿ ਸਾਡਾ ਮਨ ਗੱਲਾਂ ਸੁਣਨ ਨੂੰ ਹਿਲ ਗਿਆ। ਹੋਰ ਬਹੁਤੀ ਧਰਮ ਦੀ ਗੱਲ ਲੰਬੀ ਨਹੀਂ ਹੈ। ਬਸ ਵਾਹਿਗੁਰੂ ਵਾਹਿਗੁਰੂ ਕਰਨਾ ਤੇ ਕੰਮ ਚੰਗੇ ਕਰਨੇ। ਆ ਦਰਬਾਰ ਸਾਹਿਬ ਵਿੱਚ ਇੱਕ ਪਿੰਡ ਦਾ ਕੋਈ ਬਜ਼ੁਰਗ ਆਇਆ ਸੀ, ਪਰਿਕਰਮਾ ਦੇ ਵਿੱਚੋਂ ਲੰਘ ਰਿਹਾ ਸੀ, ਛੋਟੇ ਜਿਹੇ ਪੋਤੇ ਨੂੰ ਉਂਗਲ ਨਾਲ ਲੈ ਕੇ। ਉੱਥੇ ਇੱਕ ਪ੍ਰੋਫੈਸਰ ਸਾਹਿਬ ਲਿਖੇ ਹੋਏ ਹੁਕਮਨਾਮੇ ਦੀ ਵਿਆਖਿਆ ਕਰਕੇ ਸੰਗਤ ਨੂੰ ਦੱਸ ਰਹੇ ਸਨ। ਚੰਗਾ ਕੰਮ ਸੀ, ਮਾੜਾ ਨਹੀਂ। ਉਹਨਾਂ ਨੇ ਆਪ ਹੀ ਕਿਹਾ ਉਸ ਪ੍ਰੋਫੈਸਰ ਸਾਹਿਬ ਹੋਰਾਂ ਨੇ, ਉਹ ਕਹਿੰਦੇ ਜਦੋਂ ਬਾਪੂ ਕੋਲੋਂ ਲੰਘਣ ਲੱਗਾ ਪਿੰਡ ਦਾ ਪਿੱਛੋਂ, ਤੇ ਉਹ ਬੱਚਾ ਕਹਿੰਦਾ ਹੈ ਵੀ ਬਾਪੂ ਆਪਾਂ ਖਲੋ ਜਾਈਏ, ਆਪਾਂ ਵੀ ਸੁਣ ਲਈਏ ਵੀ ਇਹ ਕੋਈ ਚੰਗੇ ਬੰਦੇ ਲੱਗਦੇ, ਵਧੀਆ ਕੋਈ ਅਰਥ ਦੱਸ ਰਹੇ ਨੇ। ਉਹ ਬਜ਼ੁਰਗ ਕਹਿੰਦਾ ਬੇਟਾ ਆ ਚੱਲੀਏ।
ਤੈਨੂੰ ਮੈਂ ਦੱਸ ਦੇਣਾ ਇੱਥੇ ਕੀ ਲਿਖਿਆ ਹੋਇਆ ਹੈ। ਗੱਲਾਂ ਇਹ ਵੀ ਠੀਕ ਨੇ, ਜਿਹੜੇ ਅਰਥ ਕਰਦੇ ਨੇ ਸੁਣਦੇ ਨੇ ਠੀਕ ਨੇ। ਉਹ ਕਹਿੰਦਾ ਕੀ ਲਿਖਿਆ? ਕਹਿੰਦੇ ਇੱਥੇ ਇਹ ਲਿਖਿਆ ਹੈ ਵੀ ਵਾਹਿਗੁਰੂ ਵਾਹਿਗੁਰੂ ਕਰੋ ਤੇ ਚੱਜ ਦੇ ਕੰਮ ਕਰੋ। ਆ ਦੋ ਹੀ ਗੱਲਾਂ ਨੇ ਇੱਥੇ ਬਸ। ਸੋ ਇਹ ਕੰਮ ਮਹਾਰਾਜ ਕਹਿੰਦੇ ਜੀਵਤ ਮਰੋ ਫਿਰ ਜੀਵੋ, ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਏ। ਪਰਤ ਕੇ ਫਿਰ ਮੌਤ ਨਹੀਂ ਆਉਂਦੀ ਗੁਰਸਿੱਖ ਨੂੰ। ਅੰਮ੍ਰਿਤ ਨਾਮ ਸਦਾ ਮਨ ਮੀਠਾ, ਸ਼ਬਦੇ ਪਾਵੈ ਕੋਈ। ਕੋਈ ਵਿਰਲਾ ਹੀ ਗੁਰੂ ਦਾ ਹੁਕਮ ਵਜਾ ਕੇ ਉਸ ਮਿੱਠੇ ਅੰਮ੍ਰਿਤ ਰਸ ਨੂੰ, ਗੁਰੂ ਦਾ ਉਪਦੇਸ਼ ਕਮਾ ਕੇ, ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਆਪਣੇ ਜੀਵਨ ਦੇ ਵਿੱਚ ਪੀਂਦਾ ਹੈ, ਆਨੰਦਿਤ ਹੁੰਦਾ ਹੈ। ਦਾਤੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਇਹ ਦਾਤ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਇਹ ਕਿਹਨੂੰ ਦਿੰਦਾ ਹੈ? ਜਿਸ ਭਾਵੈ ਤਿਸ ਦੇਈ। ਜਿਸ ਭਾਵੈ, ਜਿਹਨੂੰ ਗੁਰੂ ਦਾ ਹੁਕਮ ਭਾਉਂਦਾ ਹੈ, ਚੰਗਾ ਲੱਗਦਾ ਹੈ, ਜਾਂ ਜਿਹਦੇ ਉੱਤੇ ਗੁਰੂ ਖੁਸ਼ ਹੁੰਦਾ। ਇੱਕੋ ਹੀ ਗੱਲ ਹੋ ਗਈ। ਜਿਵੇਂ ਸਿੱਖ ਨੂੰ ਗੁਰੂ ਦਾ ਹੁਕਮ ਚੰਗਾ ਲੱਗੇ ਤੇ ਗੁਰੂ ਨੂੰ ਸਿੱਖ ਚੰਗਾ ਲੱਗਣਾ ਹੀ। ਮਹਾਰਾਜ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਉਹ ਇਸ ਦਾਤ ਨੂੰ ਪ੍ਰਾਪਤ ਕਰਦਾ ਹੈ। ਇਹ ਵਾਹਿਗੁਰੂ ਦੇ ਹੱਥ ਵਿੱਚ ਹੈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹ ਜਾਪਹਿ ਸੇਈ। ਹੁਣ ਗੁਰੂ ਸਾਹਿਬ ਨੇ ਦੁੱਖ ਤੋਂ ਗੱਲ ਸ਼ੁਰੂ ਕੀਤੀ ਸੀ ਤੇ ਸੁਖ ਤੱਕ ਲੈ ਜਾਂਦੀ ਹੈ। ਅੱਗੇ ਮਹਾਰਾਜ ਕਹਿੰਦੇ ਕਿ ਦਾਤੈ ਦਾਤ ਰੱਖੀ ਹੱਥ ਆਪਣੇ। ਦਾਤੇ ਨੇ ਆਪਣੇ ਹੱਥ ਦੇ ਵਿੱਚ ਦਾਤ ਰੱਖੀ ਹੋਈ। ਨਾਨਕ ਨਾਮ ਰਤੇ ਸੁਖ ਪਾਇਆ। ਪਹਿਲੀ ਪੰਕਤੀ ਵਿੱਚ ਕਿਹਾ ਸੀ ਕਿ ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਪਰਮਾਈ। ਦੁੱਖ ਬਹੁਤਾ ਲੱਗਾ ਗੁਰੂ ਤੋਂ ਦੂਰ ਹੋ ਕੇ। ਹੁਣ ਜਦੋਂ ਨਾਮ ਦੇ ਵਿੱਚ ਰਤੇ ਗਏ, ਭਾਵ ਨਾਮ ਅੰਦਰ ਸਿੱਖ ਦੇ ਜੀਵਨ ਵਿੱਚ ਸਮਾ ਗਿਆ, ਉਹਦੀ ਗੱਲਾਂ ਵਿੱਚੋਂ, ਉਹਦੀਆਂ ਅੱਖਾਂ ਵਿੱਚੋਂ, ਉਹਦੇ ਸਰੀਰ ਵਿੱਚੋਂ, ਉਹਦੇ ਰੋਮ ਰੋਮ ਵਿੱਚੋਂ ਨਾਮ ਦਾ ਰਸ ਬਾਹਰ ਨੂੰ ਆਉਂਦਾ ਹੈ, ਤਾਂ ਉਹ ਬੜੇ ਵੱਡੇ ਮਹਾ ਆਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪਹਿ ਸਈ। ਉਹ ਦਰਗਾਹ ਦੇ ਵਿੱਚ ਜਾਪਦੇ ਹਨ, ਭਾਵ ਉਹਨਾਂ ਦੀ ਪਹਿਚਾਣ ਬਣ ਜਾਂਦੀ ਹੈ, ਉਹਨਾਂ ਦੇ ਮਸਤਕ ਚਮਕਦੇ ਹਨ, ਗੁਰੂ ਦੇ ਦਰ ਦੇ ਉੱਤੇ ਉਹ ਪ੍ਰਵਾਨ ਹੋ ਜਾਂਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਜਿਨ੍ਹਾਂ ਨੇ ਆਪ 12 ਸਾਲ ਤੱਕ ਸੇਵਾ ਕੀਤੀ, ਹੱਥਾਂ ਨਾਲ ਵੀ ਸੇਵਾ ਕੀਤੀ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਹਰ ਪ੍ਰਕਾਰ ਦੀ ਸੇਵਾ ਕਰਦੇ ਰਹੇ ਤੇ ਨਾਲ ਨਾਲ ਸਾਧ ਸੰਗਤ ਜੀ ਉਹਨਾਂ ਨੇ ਗੁਰੂ ਦੇ ਹੁਕਮ ਦਾ ਸੇਵਨ ਵੀ ਕੀਤਾ, ਯਾਨੀ ਕਿ ਸਿਮਰਨ ਵੀ ਕੀਤਾ, ਨਾਮ ਦੇ ਰਸ ਨੂੰ ਵੀ ਪੀਤਾ ਤੇ ਜੀਵਨ ਦੇ ਵਿੱਚ ਉਹਨਾਂ ਨੇ ਉਹ ਪ੍ਰਾਪਤੀ ਕੀਤੀ। ਉਹ ਇਹ ਸ਼ਬਦ ਦੇ ਵਿੱਚ ਆਪ ਜੀ ਨੇ ਦਰਸਾਈ ਹੈ। ਸੋ ਆਪ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਗੁਰੂ ਸਾਹਿਬ ਦਾ ਸ਼ੁਕਰਾਨਾ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਉਹਨਾਂ ਦਾ ਧੰਨਵਾਦ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ। ਸਾਰੇ ਸਿੰਘਾਂ ਦਾ, ਨਾਲ ਦੇ ਸਿੰਘ ਭਾਈ ਰਣਜੀਤ ਸਿੰਘ ਜੀ ਬੜੇ ਪਿਆਰ ਨਾਲ ਪੜ੍ਹਦੇ, ਧੰਨਵਾਦ ਹੈ। ਭੁੱਲਾਂ ਚੁੱਕਾਂ ਦੀ ਖਿਮਾ ਸਾਧ ਸੰਗਤ ਜੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਦਾਤੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹ ਜਾਪਹਿ ਸੇਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ
ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।